करता पुरख निरभउ निर्वैर अकाल मूरत अजूनी सैभं गुर प्रसाद। गुर मिल लद्धा जी राम प्यारा राम तन मन दितड़ा जी वारो वारा राम। तन मन दिता भव जल जिता चूकी कान जमानी अस्थिर थिया अमृत पिया रहया आवण जानी। सो कर लद्धा सहज समद्धा हर का नाम आधारा। कहो नानक सुख माणै रलियां गुरपुरै नमस्कारा। कहो नानक सुख माणै रलियां गुरपुरै नमस्कारा। सतनाम वाहेगुरु साहिब जियो। सूही महला पंजवा कर मह ठाकुर नदर न आवे। गल में पान लै लटकावे। घर में ठाकुर नदर न आवे। गल में पान लै लटकावे। पर में भूला साकत फिरता नीर बिरोलै खप खप मरता रहा। जिस पाहन को ठाकुर कहता ओ पाहन ले उसको डूबता। गुनहगार लूण हरामी पाहन नाव न पार गिरामी। गुर मिल नानक ठाकुर जाता जल थल महियल पूरन विधाता। गुर मिल नानक ठाकुर जाता जल थल महियल पूरन विधाता। वाहिगुरु जी का खालसा वाहिगुरु जी की फतेह। जुगो जुग अटल शब्द सतगुरु तन तन गुरु ग्रंथ साहिब जी। अकाल पुरख वाहिगुरु जी परिपूर्ण दातार सतगुरु अपर अपार मेहरामत असी जीवन रिश्मा माणते हुए अज एक होर समुचा दिन मानिया है। संध्या समा है। रहरास साहब के जाप तो उपरंत गुरुद्वारा साहब विच स्थापित मर्यादा मुताबक कीर्तन की चौंकी हुई है। हुण समा है गुरबाणी व्याख्या का। नाल ही कुछ क्योंकि कैलेंडरी तारीखां दे विच थोड़ा अगे पिछे हुंदा आ, पर एक जो आम कैलेंडर असीं ज़्यादातर मनते हाँ उहदे विच अज गुरु अमरदास साहब जी का प्रकाश पुरब भी है।
ਸੋ ਆਪ ਸਮੂਹ ਸੰਗਤ ਨੂੰ ਉਸ ਪਾਵਨ ਪੁਰਬ ਦੀ ਬਹੁਤ ਸਾਰੀ ਮੁਬਾਰਕਬਾਦ। ਜੋ ਬਚਨ ਅੱਜ ਅਸੀਂ ਵਿਚਾਰਨਾ ਹੈ, ਆਪ ਜੀ ਨੇ ਪਾਠ ਸਰਵਨ ਕਰ ਲਿਆ ਹੈ। ਗੁਰੂ ਸਾਹਿਬ ਨੇ ਗੁਰਬਾਣੀ ਦਾ ਇੱਕ ਇੱਕ ਅੱਖਰ, ਇੱਕ ਇੱਕ ਲਫ਼ਜ਼ ਮਾਨਵ ਕਲਿਆਣ ਹਿਤ ਲਿਖਿਆ ਹੈ। ਨਾਲ ਹੀ ਜੋ ਕੁਝ ਮਨੁੱਖਤਾ ਨੇ ਚੰਗਾ ਮਾੜਾ ਕਮਾਇਆ, ਖਾਸ ਕਰਕੇ ਉਸ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ, ਉਹਦੇ ਉੱਤੇ ਗੁਰੂ ਬਾਬਾ ਜੀ ਨੇ ਬਹੁਤ ਸੁਚੱਜੇ ਢੰਗ ਨਾਲ ਟਿੱਪਣੀਆਂ ਕੀਤੀਆਂ। ਉਹਨੂੰ ਇੱਕ ਨਵੇਂ ਰੂਪ ਦੇ ਵਿੱਚ ਸਾਨੂੰ ਸਮਝਾਇਆ, ਚੰਗੇ ਨੂੰ ਗੱਲ ਲਾ ਸਕੀਏ, ਮਾੜੇ ਨੂੰ ਛੱਡ ਸਕੀਏ। ਇਸ ਤਰੀਕੇ ਦੇ ਨਾਲ ਬਚਨ ਦੀ ਪ੍ਰਾਰੰਭਤਾ ਰਹਾਉ ਦੇ ਪਦੇ ਤੋਂ ਪ੍ਰਾਰੰਭ ਕਰ ਰਹੇ ਹਾਂ। ਮਹਾਰਾਜ ਜ਼ਿਕਰ ਕਰਦੇ ਨੇ, ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਿਰੋਲੈ ਖਪ ਖਪ ਮਰਦਾ। ਭਰਮੇ ਭੂਲਾ ਸਾਕਤ ਫਿਰਤਾ। ਸਾਕਤ ਕਹਿੰਦੇ ਨੇ ਸ਼ਕਤੀ ਦੇ ਪੁਜਾਰੀ ਨੂੰ, ਜਿਹਦਾ ਮਾਇਨਾ ਇੰਝ ਜਾਣੋ, ਜਿਹੜਾ ਬੰਦਾ ਜਸਟ ਸੰਸਾਰ ਦੇ ਵਿੱਚ ਸਭ ਕਾਸੇ ਨੂੰ ਆਪਣੇ ਕੰਟਰੋਲ 'ਚ ਕਰਨਾ ਚਾਹੁੰਦਾ ਆ, ਅਤੇ ਉਹਦੇ ਲਈ ਕੋਈ ਕਿਸੇ ਤਰੀਕੇ ਦੇ ਨਾਲ ਅਤੇ ਕਿਸੇ ਲੈਵਲ 'ਤੇ ਵੀ ਜਾ ਸਕਦਾ ਹੈਗਾ। ਇਹੋ ਜਿਹੇ ਬੰਦੇ ਧਾਰਮਿਕ ਖੇਤਰ ਦੇ ਵਿੱਚ ਵੀ ਤੁਹਾਨੂੰ ਵੱਡੇ ਲੈਵਲ 'ਤੇ ਮਿਲ ਜਾਣਗੇ, ਜਿਨ੍ਹਾਂ ਦੀ ਆਸਥਾ ਧਰਮ ਨੂੰ ਸਮਝ ਕੇ ਆਪਣੇ ਆਪ ਨੂੰ ਸਵਾਰਨ, ਆਪਣੇ ਜੀਵਨ ਨੂੰ ਜਿਉਣ ਦੀ ਨਹੀਂ, ਬਲਕਿ ਧਰਮ ਦੀ ਆਸਥਾ ਮੁੱਖ ਰੂਪ ਦੇ ਵਿੱਚ ਵੱਧ ਰਿਸੋਰਸਿਸ ਆ ਜਾਣ, ਵੱਧ ਐਬਿਲਿਟੀ ਵੱਧ ਜਾਏ, ਜਾਂ ਇੰਝ ਕਹਿ ਲਿਓ ਕਿ ਧਰਮ ਨੂੰ ਇੱਕ ਸੋਰਸ ਬਣਾ ਕੇ ਸੰਸਾਰ ਦਾ ਤਾਕਤਵਰ ਬੰਦਾ ਬਣਨਾ, ਭਾਵੇਂ ਪੈਸੇ ਦੇ ਪੱਖ ਤੋਂ, ਭਾਵੇਂ ਰੋਬ ਦਾਬ ਦੇ ਪੱਖ ਤੋਂ, ਭਾਵੇਂ ਸ਼ੋਹਰਤ ਦੇ ਪੱਖ ਤੋਂ, ਦੋਜ਼ ਕਾਈਂਡ ਆਫ ਥਿੰਗ, ਸਾਕਤ ਮੱਥੀਆ। ਹੁਣ ਇਸ ਲਹਿਜ਼ੇ ਦੇ ਨਾਲ ਜੇ ਅਸੀਂ ਦੇਖੀਏ ਤਾਂ ਮੋਸਟਲੀ ਜਿਹੜੀ ਧਰਮ ਸੰਸਥਾ ਆ, ਉਹਨੂੰ ਨੁਕਸਾਨਿਆ ਵੀ ਇਹਨਾਂ ਲੋਕਾਂ ਨਹੀਂ ਹੈ। ਇਸ ਕਿਸਮ ਦੀ ਸੋਚ ਨੇ, ਇਸ ਕਿਸਮ ਦੇ ਵਿਹਾਰ ਨੇ। ਗੁਰੂ ਬਾਬਾ ਜੀ ਇਹਦੇ ਬਾਰੇ ਬੜੇ ਕਲੀਅਰ ਰਹੇ। ਹੁਣ ਧਰਮ ਦੇ ਅਸੀਂ ਮੁੱਖ ਰੂਪ ਵਿੱਚ ਬਾਤ ਕਰੀਏ ਤਾਂ ਗੁਰੂ ਮਹਾਰਾਜ ਕਹਿੰਦੇ, ਧਰਮ ਨਾਂ ਹੈ ਸਮਰਪਣ ਦਾ। ਧਰਮ ਨਾਂ ਕੁਝ ਸੰਸਾਰੀ ਤੌਰ 'ਤੇ ਗੇਨ ਕਰਨ ਦਾ ਨਹੀਂ ਗਾ, ਬਲਕਿ ਆਪਣੇ ਆਪ ਨੂੰ ਐਲੀਮੀਨੇਟ ਕਰਨ ਦਾ, ਖ਼ਤਮ ਕਰਨ ਦਾ ਆ। ਆਪਣੇ ਆਪ ਨੂੰ ਖ਼ਤਮ ਕਰਨ ਦਾ ਮੁਰਾਦ ਇਹ ਹੈ ਕਿ ਬੰਦੇ 'ਚ ਜਿੰਨੀਆਂ ਬੈਡ ਡੀਡਸ ਨੇ, ਜਿੰਨੀਆਂ ਬੁਰਾਈਆਂ ਨੇ, ਜਿੰਨੇ ਇਹਨਾਂ ਸਭ 'ਤੇ ਕੰਮ ਕਰਨਾ, ਇਹ ਧਰਮ ਆ। ਚੰਗਾ ਚੰਗਾ ਆਪ ਹੀ ਵਾਪਰੇਗਾ, ਹੋਏਗਾ, ਜਦੋਂ ਬੰਦਾ ਬੁਰੇ ਨੂੰ ਤਰਜੀਹ ਨਹੀਂ ਦੇਵੇਗਾ। ਅਸੀਂ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੀਏ, ਬਾਬਾ ਨਾਨਕ ਜੀ ਨੂੰ ਪੁੱਛੇ, ਬਾਬਾ ਜੀ ਅਸੀਂ ਤੁਹਾਡੇ ਸਿੱਖ ਹਾਂ, ਤੁਹਾਨੂੰ ਪਿਆਰ ਕਰਦੇ ਹਾਂ, ਅਤੇ ਤੁਸੀਂ ਸਾਡੇ ਤੋਂ ਕੀ ਤਵੱਕੋਂ ਕਰਦੇ ਹੋ? What would you actually want from us if we really claim we are the disciple of Guru Nanak Sahib? Then Guru Nanak Sahib is crystal clear. ਬਾਬਾ ਨਾਨਕ ਜੀ ਕਹਿੰਦੇ, ਦੇਖੋ ਗੱਲ ਇਹ ਹੈ, ਮੇਰੇ ਨਾਲ ਸਾਂਝ ਪਾਉਣੀ ਹੈ ਅਤੇ ਸਿੰਪਲ ਗੱਲ ਇਹ ਹੈ ਕਿ ਆਪਣਾ ਤਾਂ ਰਿਸ਼ਤਾ ਪਿਆਰ ਦਾ ਆ, ਅਤੇ ਤੇਰੇ ਮਨ ਵਿੱਚ ਪਿਆਰ ਹੈ ਮੇਰੇ ਪ੍ਰਤੀ, ਪਿਆਰ ਦੇ ਨਾਲ ਤੂੰ ਮੇਰੇ ਨਾਲ ਜੁੜਨਾ ਚਾਹੁੰਦਾ ਆ, ਅਤੇ ਫਿਰ ਇੱਕ ਚੀਜ਼ ਚੇਤੇ ਰੱਖੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਸਭ ਕੁਰਬਾਨ ਕਰਕੇ, ਜੇ ਲਾਲਸਾਵਾਂ, ਖਾਹਿਸ਼ਾਂ, ਇੱਛਾਵਾਂ ਇਹ ਸਭ ਰੱਖੀਆਂ ਨੇ, ਤੇ ਯਕੀਨਨ ਤੌਰ 'ਤੇ ਅਜੇ ਪ੍ਰੇਮ ਨੇ। ਅਸੀਂ ਤਾਂ ਬੜਾ ਸਰਲ ਬਚਨ ਪੜ੍ਹਦੇ ਹਾਂ। ਭਗਤ ਫਰੀਦ ਜੀ ਨੇ ਬਚਨ ਕਿਹਾ, ਫਰੀਦਾ ਜਾਂ ਲੱਭ ਤਾਂ ਨਿਹੋ ਕਿਆ। ਨਿਹੋ ਕਹਿੰਦੇ ਨੇ ਮੁਹੱਬਤ ਨੂੰ, ਖਲੂਸ ਨੂੰ, ਜਿਹਨੂੰ ਅਸੀਂ ਲਵ ਐਂਡ ਅਫੈਕਸ਼ਨ ਔਰ ਅਟੈਚਮੈਂਟ ਕਹਿੰਦੇ ਹੈਗੇ ਆ। ਜਿੱਥੇ ਲਾਲਚ ਆ, ਸਵਾਰਥ ਆ, ਬੰਦਾ ਕਿਸੇ ਨਾ ਕਿਸੇ ਆਪਣੇ ਗਾਉਂ, ਆਪਣੀ ਮੀਨ ਕਾਈਂਡ ਆਫ ਸਾਈਕੀ ਦੇ ਵਿੱਚ ਆ ਕੇ, ਅਤੇ ਕੋਈ ਆਪਣੇ ਜਿਹੜਾ ਹੈਗਾ ਬੜੇ ਕਿਸੇ ਗਰੀਡੀ ਅਤੇ ਬੜੇ ਜਿਹਨੂੰ ਸੈਲਫਿਸ਼ ਕਿਸਮ ਦੇ ਕਿਸੇ ਅਟੈਂਸ਼ਨ, ਉਹਦੇ ਨਾਲ ਜਿਹੜਾ ਹੈਗਾ ਉਸ ਇੰਟਰਸਟ ਨੂੰ ਫੁਲਫਿਲ ਕਰਨਾ ਚਾਹੁੰਦਾ ਆ, ਅਜੇ ਡਿਵੋਸ਼ਨ ਦਾ ਘਰ ਬੜੀ ਦੂਰ ਹੈ। ਭਗਤ ਫਰੀਦ ਜੀ ਨੇ ਕਿਹਾ, ਫਰੀਦਾ ਜਾਂ ਲੱਭ ਤਾਂ ਨਿਹੋ ਕਿਆ, ਲੱਭ ਤਾਂ ਕੂੜਾ ਨਿਹੋ। ਜੇ ਲਾਲਚ ਹੀ ਭਰਿਆ ਪਿਆ ਸਾਰੇ ਦਾ ਸਾਰਾ, ਫਿਰ ਕੂੜਾ ਨਿਹ ਹੈ, ਫਿਰ ਉਹ ਨਿਹ ਨਹੀਂ ਗਾ।
फिर ਇਹਦੇ ਲਈ ਇਹ ਵੀ ਹੈ ਜਿਹੜੀ ਸਿੰਬਲ ਵਰਸ਼ਿਪਿਜ਼ਮ ਆ, ਮੂਰਤੀ ਸਿੰਬਲ ਆ ਅਸਲ ਜਿਹਦੇ 'ਚ ਮੂਰਤੀ ਦੀ ਗੱਲ ਹੋ ਰਹੀ ਹੈ ਸਾਰੀ, ਜਾਂ ਹੋਰ ਕਿਸੇ ਕਿਸਮ ਦੇ ਵੀ ਬਣਾਏ ਜਾਂਦੇ ਨੇ। ਇਹੋ ਇਹਨਾਂ ਸ਼ਬਦਾਂ ਨੂੰ ਸਾਡੇ ਘਰ ਵਿੱਚ ਬੜੀ ਉੱਚੀ ਉੱਚੀ ਗਾ ਕੇ ਸੁਣਾਇਆ ਜਾਂਦਾ, ਦੱਸਿਆ ਜਾਂਦਾ, ਦੇਖਾ ਨਾ ਮਤਲਬ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਹੈ, ਬਿਲਕੁਲ ਠੀਕ ਹੈ, ਪਰ ਅਸੀਂ ਦੂਜੇ ਨੂੰ ਸੁਣਾਉਣ ਦੀ ਬਜਾਏ ਕਿਸੇ ਖਾਸ ਇੱਕ ਤਬਕੇ ਨੂੰ ਟਾਰਗੇਟ ਕਰਕੇ ਦੱਸੀਏ ਕਿ ਆਹ ਦੇਖੋ ਤੁਸੀਂ ਤੇ ਆਹ ਕੰਮ ਕਰਦੇ ਹੋ, ਸਾਨੂੰ ਤੇ ਗੁਰੂ ਸਾਹਿਬ ਨੇ, ਬਿਲਕੁਲ ਠੀਕ ਹੈ, ਪਰ ਗੁਰੂ ਸਾਹਿਬ ਨੇ ਜਿਸ ਲਹਿਜ਼ੇ 'ਚ ਸਾਨੂੰ ਸਮਝਾਇਆ, ਦੱਸਿਆ ਹੈ ਕਿ ਅਸੀਂ ਉਸ ਰਾਤ ਵਿੱਚ ਤੁਰ ਵੀ ਰਹੇ ਹਾਂ। ਅੱਜ ਮੂਰਤੀ ਬਦਲ ਗਈ ਹੈ, ਕੱਲ੍ਹ ਤੱਕ ਮੂਰਤੀ ਪੱਥਰ ਦੀ ਸੀ, ਕਿਸੇ ਹੋਰ ਸਟੋਨ ਸੰਗਮਰਮਰ ਵਗੈਰਾ ਦੀ ਸੀ, ਕਿਸੇ ਮੈਟਲ ਦੀ ਧਾਤ ਦੀ ਸੀ, ਜਾਂ ਕਿਸੇ ਹੋਰ ਰੂਪ ਦੇ 'ਚ। ਆਪਣੇ ਘਰਾਂ 'ਚ ਝਾਤ ਮਾਰ ਕੇ ਦੇਖੀਏ ਅੱਜ ਫੋਟੋਆਂ ਕੀ ਨੇ ਅਸਲ ਦੇ ਵਿੱਚ। ਮਾਫੀ ਮੰਗਾਂਗਾ। ਸਮ ਟਾਈਮ ਪੀਪਲ ਆਸਕ what is the difference between a calendar, a kind of ਜਿਹੜਾ ਹੈਗਾ simple snap or picture or in a statue। ਕੁਛ ਨਹੀਂ ਫਰਕ, ਸਿਰਫ ਇੱਕ ਮੋਟਾਈ ਦਾ ਫਰਕ ਆ। ਸਿਰਫ ਹੁੰਦਾ ਕਿ ਮੂਰਤੀ ਮੋਟੀ ਹੁੰਦੀ ਹੈ ਇਸ ਤਰੀਕੇ ਨਾਲ, ਉਹ 3D ਜਾਂ 4D ਵਾਸਤੇ ਦੇਖ ਸਕਦੇ ਹੋ। ਕੈਲੰਡਰ ਜਿਹੜਾ ਹੈਗਾ ਇੱਕ ਤਰੀਕੇ ਨਾਲ ਜਸਟ ਇੱਕ ਸ਼ੇਪ ਹੈ ਉਹ ਵੀ ਉਹੀ, ਫਰਕ ਕੋਈ ਨਹੀਂ ਉਹਦੇ ਵਿੱਚ। ਸੋ ਇਸ ਲਈ ਬੰਦੇ ਅਹਿਸਾਸ ਕਰ ਕਿ ਤੂੰ ਕਰ ਕੀ ਰਿਹਾ ਹੈ, ਅਤੇ ਇਹ ਸਭ ਹੋ ਵੀ ਕਿਉਂ ਰਿਹਾ ਸਾਡੇ ਘਰਾਂ ਦੇ ਵਿੱਚ। ਮੈਂ ਨਹੀਂ ਕਹਿੰਦਾ ਤੁਸੀਂ ਜਿਹੜੀਆਂ ਮੂਰਤਾਂ ਵਗੈਰਾ ਨੇ ਬਣਾਓ, ਪਰ ਇਹਨੂੰ ਮਿਊਜ਼ੀਅਮ ਦਾ ਪਾਰਟ ਬਣਾਓ। ਹਿਸਟਰੀ ਦੇ ਬਾਰੇ ਕੁਝ, ਜਿਵੇਂ ਕਿਰਪਾਲ ਸਿੰਘ ਚੰਡੀਗੜ੍ਹ ਵਾਲਿਆਂ ਦੀ ਮੈਂ ਅਕਸਰ ਬਾਤ ਕਰਦਾ ਹਾਂ, ਉਹਨਾਂ ਦੀਆਂ ਤੁਸੀਂ ਪਿਕਚਰਸ ਦੇਖੋ, ਹਿਸਟਰੀ ਬੋਲਦੀ ਉਹਦੇ ਵਿੱਚੋਂ, ਤਵਾਰੀਖ ਬੋਲਦੀ ਹੈ, ਬੰਦੇ ਨੂੰ ਸਮਝ ਆਉਂਦਾ, ਕੁਝ ਸਿਨੈਰੀਓ ਸਮਝ ਆਉਂਦਾ ਵੀ ਕਿਹੋ ਜਿਹਾ ਉਸ ਸਮੇਂ ਦਾ ਮਾਹੌਲ ਹੋਏਗਾ। ਬਿਲਕੁਲ ਵੀ ਤੁਸੀਂ ਪਿਕਚਰਾਂ ਦੇਖੋ ਗਲੈਮਰਾਈਜ਼ ਨਹੀਂ ਹੋਈਆਂ ਉਹਨਾਂ ਦੇ ਵਿੱਚ, ਗਲੈਮਰ ਨਹੀਂ, ਚਿਹਰੇ ਮੂਹਰੇ ਘੜੇ ਤੇ ਬੜੇ ਸੋਹਣੇ ਨਾ, ਪੁੱਜਣੇ ਥੋੜ੍ਹਾ ਨੇ ਕੋਈ। ਇਹ ਤਾਂ ਸਿਰਫ ਇਹ ਹੈ ਕਿ ਇਹਦੇ ਵਿੱਚੋਂ ਜਿਹੜੀ ਆਭਾ ਆ ਉਹ ਮੰਡਤ ਹੋ ਰਹੀ ਹੈ, ਉਹਨੂੰ ਪਕੜਨਾ ਆ। ਤੁਸੀਂ ਕਦੀ ਦੇਖੋ ਸਾਡੇ ਸਿੱਖਾਂ ਦੀਆਂ, ਸਾਡੇ ਗੁਰੂ ਸਾਹਿਬ ਦੇ ਜਿਹੜੇ ਉਹਨਾਂ ਨੇ ਉਸ ਤਰੀਕੇ ਨਾਲ ਪੋਰਟਰੇਟ ਬਣਾਏ ਨੇ। ਸੋ ਇਹ ਚੀਜ਼ਾਂ ਤੇ ਇਹਨਾਂ ਦੀ ਫਿਰ ਆਸਥਾ ਨਹੀਂ। ਆਸਥਾ ਤਾਂ ਸਾਡੇ ਘਰ ਅਕਾਲ ਪੁਰਖ ਵਾਹਿਗੁਰੂ ਦੀ ਹੈ, ਉਹ ਦਿਸਦਾ ਹੀ ਨਹੀਂਗਾ। ਜਿਹੜਾ ਸਾਡੇ ਘਰ ਦੇ ਵਿੱਚ ਵੱਡਾ ਕਰਮ ਆ ਸਿੱਖੀ ਦੇ ਤੌਰ 'ਤੇ, ਉਹ ਹੈ ਪਰਚਾ ਸ਼ਬਦ ਦਾ। ਤੇ ਸ਼ਬਦ ਦਾ ਪਰਚਮ ਇੱਥੇ ਅੱਜ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ ਹੈ। ਤੇ ਉਸ ਰੂਪ ਵਿੱਚ ਬਾਤ ਕਰੀਏ ਤੇ ਗੁਰਮੁਖ ਪਿਆਰੇ ਰਾਗੀ ਸਾਹਿਬਾਨ ਕਨਹਰ ਬੂੰਦ ਬਸੋਰੋਂ ਮਾਵਲ ਕੁਸਮ ਬਸੰਤ ਗਣੰਤ ਨਾ ਆਵੈ, ਇਹ ਪਦਾ ਗਾ ਰਹੇ ਸੀ ਭੱਟਾਂ ਦੇ ਸਵਈਆਂ ਦਾ। ਤੇ ਉਹਦੀ ਜਿਹੜਾ ਜ਼ਿਕਰ ਕਰਦੇ ਨੇ, ਰੁਦਰ ਧਿਆਨ ਗਿਆਨ ਸਤਿਗੁਰ ਕੋ ਕਬ ਜਨ ਪਲ ਉਨਹੋਂ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨੇ ਆਵੈ। ਵੀ ਹੇ ਗੁਰੂ ਅਮਰਦਾਸ ਸਾਹਿਬ, ਤੇਰੀ ਤੇ ਉਪਮਾ ਅਸੀਂ ਕਰ ਨਹੀਂ ਸਕਦੇ, ਤੇਰੀ ਉਪਮਾ ਤੂੰ ਹੀ ਹੈ ਬਸ। ਸਾਡੇ ਕੋਲ ਕੋਈ ਹੋਰ ਮੈਟਾਫੋਰ, ਐਗਜ਼ਾਮਪਲ, ਕੋਈ ਰੂਪਕ ਹੀ ਨਹੀਂ ਹੈਗਾ ਜਿਹੜਾ ਤੇਰਾ ਮੁਕਾਬਲੇ ਲਿਆਂਦਾ ਜਾਏ। ਇਹਦੇ 'ਚ ਮੈਂ ਦੋ ਕੁ ਐਗਜ਼ਾਮਪਲ ਦੇਣੀਆਂ ਚਾਹਾਂਗਾ। ਨੰਬਰ ਇੱਕ ਗੱਲ ਇਹ ਹੈ, ਵੀ ਆਰ ਵੈਰੀ ਸਟਬਰਨ ਐਜ਼ ਏ ਹਿਊਮਨ, ਸਾਡੇ ਨੇਚਰ ਦੀ ਬੜੀ ਵੀਕਨੈਸ ਆ। ਮੈਂ ਕੋਈ ਕੰਮ ਕੋਈ ਮਹੀਨੇ 2 ਮਹੀਨੇ ਤੋਂ ਕਰ ਰਿਹਾ ਵਾਂ, ਕੋਈ ਕਿਸੇ ਕਿਸਮ ਦਾ ਕਿਸੇ ਆਈਡੀਓਲੋਜੀ ਨੂੰ ਫੋਲੋ ਕਰ ਰਿਹਾ ਵਾਂ, ਅਤੇ ਮੈਨੂੰ 2 ਮਹੀਨੇ ਬਾਅਦ ਕੋਈ ਬੰਦਾ ਕਹਿੰਦਾ ਆ ਕੇ ਕਿ ਯੂ ਨੋ ਵਟ ਐਵਰ ਯੂ ਆਰ ਡੂਇੰਗ ਦਿਸ ਇਜ਼ ਨੋਟ ਗੁੱਡ। ਮੈਂ ਕਹਿੰਦਾ ਮੇਰੀ ਆਈਡੈਂਟਿਟੀ ਇਹ ਬਣ ਗਈ ਹੈ ਬਸ, ਬਿਕੋਜ਼ ਆਈ ਹੈਵ ਡਨ ਸਮਥਿੰਗ, doesn't matter that was wrong or right, but you cannot criticize it। ਹੁਣ ਇਸ ਲੈਵਲ ਤੇ ਲੋਕੀ ਮਰਨ ਮਾਰਨ ਨੂੰ ਤਿਆਰ ਹੋ ਜਾਂਦੇ ਨੇ। ਤੁਸੀਂ ਅੱਜ ਵੀ ਡੇਰੇਦਾਰਾਂ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਆਲੇ ਦੁਆਲੇ ਦੇਖੋ, ਇਤਨਾ ਕੁਝ ਸਾਹਮਣੇ ਆ ਜਾਂਦਾ, ਬੰਦਾ ਕਹਿ ਨਹੀਂ ਸਕਦਾ। ਮੈਨੂੰ ਯਾਦ ਆ ਡਾਕਟਰ ਜਿਹੜੇ ਪਟਿਆਲੇ ਤੋਂ ਹੈਗੇ ਨੇ, ਹਰਸ਼ਮਿੰਦਰ ਕੌਰ, ਅਕਸਰ ਵੱਖਰੇ ਵੱਖਰੇ ਮਤਲਬ ਉਸ ਤਰੀਕੇ ਨਾਲ ਦਿਖਾਉਂਦੇ ਚੀਜ਼ਾਂ। ਅਤੇ ਉਹ ਜਿਹੜਾ ਇੰਡੀਆ ਦੇ ਵਿੱਚ ਉਹ ਬੜਾ ਵੱਡਾ ਉਹ ਭੇਖੀ ਬਾਅਦ ਦੇ ਵਿੱਚ ਰੇਪ ਦੇ ਕੇਸ 'ਚ ਅੰਦਰ ਗਿਆ। ਤੁਸੀਂ ਸਭ, ਮੈਂ ਨਾਂ ਲੈਣਾ ਵਾਜਬ ਨਹੀਂ ਸਮਝਦਾ, ਜਾਣਦੇ ਹੋ। ਅਤੇ ਉਹਦੀ ਬੜੀ ਵੱਡੀ ਉੱਥੇ ਮਤਲਬ ਫੋਲੋਵਿੰਗ ਹੈਗੀ, ਉਹ ਬਹੁਤ ਵੱਡੀ, ਵੋਟ ਬੈਂਕ ਉਹਦੇ ਮਗਰ, ਸਟੇਟਸ ਉਹਨੂੰ ਪ੍ਰਮੋਟ ਕਰਦੀ, ਸਭ ਚੀਜ਼ਾਂ ਆਪਨੇ ਦੇਖੀਆਂ ਸੁਣੀਆਂ ਹੋਣਗੀਆਂ। ਉਹ ਕਹਿੰਦੇ ਕਿ ਮੈਂ ਗੌਰਮੈਂਟ ਜੋਬ ਦੇ ਵਿੱਚ ਹੈਗੀ ਹਾਂ ਅਤੇ ਐਜ਼ ਏ ਮੈਡੀਕਲ ਆਫਿਸਰ, ਅਤੇ ਉੱਥੇ ਮੈਂ ਦੇਖਦੀ ਹਾਂ ਬੜੇ ਲੋਕ ਉਹਦੇ ਜਿਹੜਾ ਹੈਗਾ ਉਪਾਸ਼ਕ ਬਣ ਕੇ ਆਉਂਦੇ, ਸਭ ਚੀਜ਼ਾਂ ਹੁੰਦੀਆਂ ਉੱਥੇ। ਅਤੇ ਉਹ ਇੱਕ ਸੱਜਣ ਮੇਰੇ ਉੱਥੇ ਆਫਿਸ ਦੇ ਵਿੱਚ ਕੰਮ ਕਰਦਾ ਹੈ, ਅਤੇ ਜਿਹਨੂੰ ਉੱਥੇ
4th ਜਾਂ 3rd ਲੈਵਲ ਆਫ ਇੰਪਲੋਇਮੈਂਟ ਕਹਿੰਦੇ ਨੇ ਉਹਦੇ ਵਿੱਚ। तो मैं देखते वो गल दे विच इस तरीके नाल ना उहदा लॉकेट जिहा पा के तुरे फिरदा ते कहिंदे मैं बाई चांस उस दिन टीवी ते चल रही है न्यूज़ वार वार आ रही है सारी ते लोग रौला पा रहे ने ते मैं सोचिया मौका आ इहनूं ना कुछ एजुकेट करा लैट्स एक्चुअली कुछ इस पासे काम किया जाए। कहंदी मैं उहनूं कहा मैं क्या आ देख आ न्यूज़ सुन रहे हैं तू आ सारे अजे भी तू लॉकेट पाया गल दे विच तेनों ये हुण तो छड़ देना चाहिए है। कहंदा जी वो लड़ पिया मेरे नाल। वो कहंदा है वो कहंदी है कि वो पानी नहीं पैण दे रहा। वो कह रहा है ना 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 बिल्कुल नहीं। ये की है ये है वो बिरती जिहड़ी बिरती कहंदी कि एक बार भावें गलत कर लिया सही कर लिया एक पासे तुर पे उही साडी आइडेंटिटी है असीं इहनूं छड्डांगे नहीं त्यागांगे नहीं। गुरु अमरदास साहब 70 वरियां दा करीब जीवन उस पासे लगाया जिहदे च तीर्थ ब्रत की आराधना सी जिहदे विच बुत प्रस्तकी की आराधना सी। ये सब चीज़ां सीगियां। जिदन समझ आई गुरु अंगद साहब दे कोल आ गए पिछे मुड़ के नहीं देखा। ये साडे वास्ते इंस्पिरेशन हैगी है। असीं कई बारी बात करते हैं ना देखो गुरु साहब ने 10 जीवन ते पूरी दी पूरी तस्वीर उसारी है मनुखी समाज की। गुरु अमरदास साहब ने दसिया तेरे जीवन च भी हो सकता है तू सही राह ते ना जा रहा है। 1 दिन 2 दिन 4 दिन 5 दिन नहीं वरियां दे वरे 70 साल भी हो सकता है माड़े पासे तो किसी सही पासे ना तुर रहा है गलत पासे तुर रहा है। पर जे बदलन का धैया धारण कर लवें इफ यू actually have some kind of determination, commitment, yes, I want to see some kind of change, you can do it. Mother nature ने ये ability पा के दिती है। इस करके क्या भट्ट साहिबान ने कि ये जिहड़ा जदों बंदा इस तरीके नाल बदलदा आ गुरु पारस आ गुरु ते शब्द के जरिए वरतदा आ सुरत के मंजर के नाल तुहाडी सोच नूं जिहड़ा हैगा एक इस लैवल ते ले आउंदा। इस करके कई बार गल भी हुंदी है साडे घर दे विच इस बारे मैं डिटेल बात कदी करांगा बट टूक मात्र जिहड़ा हैगा वी डोंट बिलीव इन कन्वर्जन। नो 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 कन्वर्जन इहदे खिलाफ गुरु साहब ने शहादत दित्ती सीगी। जिहड़ी चीज़ होनी चाहिए है वो की है वो है ट्रांसफॉर्मेशन। बंदे नूं जो उहनूं ਉਹਦੇ ਕੋਲ ਆ ਉਸ ਸਾਰੇ ਨੂੰ ਵੇਖਦਿਆਂ ਹੋਇਆਂ ਉਹਨੂੰ ਸੈਲਫ ਰਿਅਲਾਈਜੇਸ਼ਨ ਵਿੱਚ ਲੈ ਕੇ ਜਾਣਾ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਉਹਨੂੰ ਕਨਵਰਟ ਨਹੀਂ ਕਰਨਾ ਉਹਨੂੰ ਉਸ ਲੈਵਲ ਤੇ ਲੈ ਕੇ ਆਉਣਾ ਆ ਨਾ ਕਰਨ ਯੋਗ ਉਹਦੀ ਸੁਰਤ ਵਿੱਚੋਂ ਹੀ ਖਿਰ ਜਾਏ ਲੋੜ ਹੀ ਨਾ ਪਏ ਉਹਦੇ ਇੱਕ ਉਸੇ ਜੀਵਨ ਚ ਇੱਕ ਨਵੀਨ ਜੀਵਨ ਸਤਿਗੁਰੂ ਕੇ ਜਨਮ ਹੈ ਨਵਾਂ ਜਨਮ ਹੋ ਜਾਏ ਗਵਨ ਮਿਟਾਇਆ ਗਵਨ ਮਿਟ ਜਾਏ ਜਿਹੜਾ ਗਵਨ ਮੁਸੀਬਤ ਸਹਿੜ ਰਿਹਾ ਜਿਹੜਾ ਗਵਨ ਉਹਦੇ ਵਾਸਤੇ ਇੱਕ ਤਕਲੀਫ ਸਹਿੜ ਰਿਹਾ ਹੈ। सो ये चीज़ है ये साकत बिरती का त्याग करना बड़ा जरूरी है। जे बंदा धर्म की आस्था सिर्फ इस करके कर रहा है कि ये जरिए मैं संसार की रेस अगे लंघ जावांगा वो डेफिनेटली वो कुछ भी रख दो वो बुत प्रस्तगी करेगा क्योंकि धर्म तो धर्म के सिंबल वो बुत तो बिना कुछ नहीं है। वो तो जस्ट इन्होंने गुड्डिया की हैल्प लैके अगे लंघना चाहता है होर कुछ नहीं है। जिवें सपोज सिंपल लैवल ते बात करदा हाँ असी रिलेशनशिप्स नहीं बनाउंदे। मैं रिलेशनशिप की गल करां जे तो कई बार होएगा कि सपोज असी डायस्पोरा च बैठे हाँ तो हुण तो थोड़ा घटिया पर पहला बहुत ज़्यादा हुंदा सीगा किसी कोल कैनेडियन PR हैगी है तो उन्होंने फैमिली च कोई इंडिया च बैठा है तो उत्थे जाके सोचा कि ओके रिश्ता करके उन्हें इत्थे लै आउणे आ तो विआह की बात हो गई उन्होंने कहा हाँ बड़ी खुशी की गल हो गई। इत्थों वाले ने सोचा वो लैस कैपेबल सीगा उहदे कोल एजुकेशन घट सी कुछ सीगा उहदे कोल एजुकेशन वध सी उत्थे क्या मैच बना लैने आ ये इनू इस तरीके नाल पासपोर्ट प्रोवाइड करेगा उधर आउण दा वो इनू आके इहदे जिहड़ा हैगा फाइनैंशियल इंटरस्ट सॉल्व करेगा। इस तरीके नाल होया कि वो एक बारी जिहड़ा सीगा मैरिज हो गई PR हो गया मुड़ के छड्ड के भज गए। तुसीं इहो जिहियां स्टोरीज रोज़ सुणदे हो। ये की है जहाँ लभ तो नेहों क्या लभ तो विच पिया सी नेहों कादा होना सी विच उहदे। सो ये
स्वार्थ का रिश्ता कोई बहुता चंगा रिश्ता नहीं होंदा। जे स्वार्थ पूरा हो जाए तां भी रिश्ता पुग जाता डन, क्योंकि स्वार्थ सीगा पूरा हो गया। तो जे स्वार्थ ना पूरा हो तां भी रिश्ता डन हो गया। क्यों? क्योंकि जिहदे स्वार्थ कर कीता सी वो तो पूरा ही नहीं होया। जिहड़ा सैल्फ इंट्रस्ट फुलफिल करना चाहता सी कोई इंडिविजुअल, वो तो होया ही नहीं गा। दैन उसकी लोड़ की रह गई। फिर धर्म के राह दे विच ते इत्थे ते अपना आपा कुर्बान करन दी गल है। इत्थे सब स्वार्थ निस्वार्थ भाव दे नूं क्या सेवा करत होत निकामी, ये है इस निष्काम भाव दे विच आउणा हैगा। ते निष्काम भाव कामनावां दा त्याग है मोटे रूप दे विच। जिहड़ियां कामनावां बंदा बहुत सारियां सहेड़ के बैठा है। तुसीं देखो, मैं माफ़ी मंगदा हां, हज़ारां अब्बल तो लखां कह सकदा, मैंने तो हज़ारां तो जरूर कह सकदा है। मैं काउंसलिंग के दौरान इन्हें केसिस देख चुका हाँ जिन्हां दे विच इशूज़ की ने, इशूज़ बिहेवियरल इशूज़ ने, फैमिलीज़ दे विच रिलेशनशिप डीलिंग इशूज़ ने। उस तो भी अगले लैवल ते हैगा जिहड़ी लैकिंग ऑफ प्रॉपर जिहड़ी है रिलेशनशिप चलाउण दी ट्रेनिंग, रिलेशनशिप चलाउण वास्ते वर्चूज़ जिहड़े चाहिए ने, क्वालिटीज़ चाहिए ने, उन्हां दी लैकिंग आ। इन्हां सारियां नूं बहुत मेहनत करके हौली हौली करके सीखना पैंदा है, इन्हां नूं समझना पैंदा। ये सब चीज़ां इस पासे इस करके इशूज़ ने। कोई इंडिविजुअल माड़ा नहीं गा, टेलिंग एग्जैक्टली। किसी की स्टोरी इकल्ले की सुनो तो लगा यही राजी यही ठीक है, दूसरे सुनोगे दूसरे ठीक है, तीसरे सुनोगे तीसरे दी ठीक है। जो ना सारे सिचुएशन पाने मैस बन जाती है। रीजन क्योंकि डील नहीं करना आ रहा। फिर एक डे बाई डे हिस्टरी जनरेट हो जाती है। एक दूजे तो जिहड़ियां एक्सपैक्टेशन सी फुलफिल नहीं होंदियां, फ्रस्ट्रेशन वध रही है, फ्रस्ट्रेशन अगले लैवल पर लै आ रही है, फिर उस तो अगला नैक्सट लैवल आ रहा है। सो ये सारे दे असीं जिहड़ा है गवाच गए। फिर सब विचों रेस्क्यू करने वास्ते कौन बैठा आ? सो कॉल्ड जिहड़े सुपरस्टिशन का बिजनेस करते हैं। वो कहते हैं प्लीज़ कम टू अस, वी विल सॉल्व एवरीथिंग। सानू अपने बटवे खोल के दिओ कुछ जिहड़ा है मोटा अमाउंट, दैन असी कुछ तवीत कर देंगे, धागा कर देंगे। ये की है? सिखां दे घरां चों लोग एवें जा रहे हैं। रीजन क्योंकि सिख तो देखण या सुनन की बात है, साकत मतता है, स्वार्थ सिद्धि लिए सब चीज़ां हो रही हैं। सॉरी टू से, मैं एक एग्जाम्पल होर करके फिर बचन ते आ जाना। गुरु साहब ने जो सानू नवाजिया हैगा, मेरे इत्थे सज्जन हैगे ने बिजनेस रिलेटिड जिहड़ियां बिजनेस वधाउण वास्ते वड्डियां वड्डियां ऑर्गेनाइजेशनस नूं हैल्प करते हैं। तो खास करके एडवरटाइजमेंट वगैरह किस तरह करनी है, किवें करनी है, वर्थ या नहीं वर्थ, वो बारे बड़ा हैल्प करते। तो साडे जिहड़ा इंडिया तो ईवन दरबार साहब का कीर्तन भी साडे तक लैके आउंदा चैनल, इहो जिहे चैनल जिहड़े हैगे ने मेन स्ट्रीम दे उत्थे मन्ने जाते। उन्हां दी बात करते एकदम कीर्तन खत्म होंदा, राइट तुसीं एड्स देखो बहुतियां बड़े बड़े वड्डे जिहड़े खास करके एस्ट्रोलॉजर्स हैगे ने, एस्ट्रोलॉजी बारे, ज्योतिष बारे, ये बारे इन्हां दियां एडां आ रही हैं वड्डे लैवल ते। तो वो बाई चांस असी गल हो रही तो देख रहे, तो कहेंगे मैनू कहते भाई साहब कैन यू इमेजिन हाउ मच मनी दिस परसन एक्चुअली इज स्पेंडिंग ऑन दिस एड। मैं क्या हैव नो आइडिया, तू दस दे। कहता एटलीस्ट जो पूरा कैलकुलेशन किया जाए तो मिलियन के नेड़े तो होएगा जो कैलकुलेशन सारी करिए जिथे जिथे सब एड आ रही है। तो कहते एड का फंडा समझते हो कि बिजनेस की दुनिया च? मैं क्या नहीं, ये भी नहीं समझता मैं। कहते वो हैगा कि जे 10 रुपए लगाए ने, इफ वी आर इन्वेस्टिंग $10 इन एडवरटाइजमेंट, दैन एटलीस्ट दैट $10 शुड जनरेट $100। सो ये जिहड़ा ये सब ये कौन कौन पे कर रहा है? ये मिलियंस ऑफ डॉलर कौन पे कर रहा है? कहते जिहड़े समाज वेख रहा सारा का सारा साकत मतता आ। ये सिर्फ मूर्ति जिहड़ी है ना, सिर्फ फिर पूजना बाहर थाली लैके पूजन लग गया बंदा, ये सब कुछ इना नहीं है। साकत मतता विचों कढ़नी है। सिक्खी की ब्यूटी देखो, ग्लोरी देखो की कमाल आ। सिक्खी ने बुत पूजे भी नहीं, बुत भन्ने भी नहीं, बुत सुरत चो खिर गए अपने आप। साकत मतता खत्म कर दी थी।
एक नਵੇਂ ਲੈਵਲ ਤੇ ਜਿਹੜਾ ਹੈਗਾ ਇਸੇ ਚੀਜ਼ ਨੂੰ ਲੋਕ ਨਹੀਂ ਸਮਝ ਪਾ ਰਹੇ ਨੇ। ਅਦਰਵਾਈਜ਼ ਕੀ ਹੋਣਾ ਸੀਗਾ, ਜੇ ਬੁੱਤ ਪ੍ਰਸਤਗੀ ਕਰਨ ਵਾਲਿਆਂ ਦੇ ਬੁੱਤ ਤੋੜਨ ਲੱਗਦੇ ਤੇ ਇੱਕ ਅਜੀਬ ਕਿਸਮ ਦਾ ਸੁਸਾਇਟੀ ਜਿਹੜਾ ਨਵਾਂ ਕਨਫਲਿਕਟ ਕ੍ਰੀਏਟ ਹੋਣਾ ਸੀ। ਤੇ ਇਹ ਵੀ ਨਹੀਂ ਕਿ ਬੁੱਤ ਪ੍ਰਸਤਗੀ ਨੂੰ ਵੇਖ ਕੇ ਬੁੱਤ ਪੂਜਾ ਕਰਨ ਲੱਗ ਗਏ, ਇਹ ਵੀ ਨਹੀਂ, ਉਤੋਂ ਹੀ ਬਾਹਰ ਨਿਕਲ ਗਏ, ਇੱਕ ਨਵੇਂ ਲੈਵਲ ਤੇ ਆ ਗਏ, ਸ਼ਬਦ ਦੀ ਆਸਥਾ ਤੇ ਆ ਗਏ। ਜਿੱਥੇ ਜਾਣਾ ਗੁਰੂ ਸਾਹਿਬ ਦੀਆਂ ਪੋਥੀਆਂ, ਗ੍ਰੰਥ ਸਾਹਿਬ ਦੀ ਆਸਥਾ, ਬਸ ਗ੍ਰੰਥ ਪੜ੍ਹਨਾ ਆ, ਗ੍ਰੰਥ ਨਾਲ ਜੁੜਨਾ ਆ, ਸ਼ਬਦ ਕੀਰਤਨ ਹੋਣਾ ਆ, ਇਹੀ ਸਮ੍ਰਿਤੀ ਬਣ ਗਈ ਸਾਰੀ ਦੀ ਸਾਰੀ। ਇਹ ਸੁਸਾਇਟੀ ਇਸੇ ਕਰਕੇ ਸਾਰੀ ਤਬਦੀਲ ਹੋਈ, ਨਹੀਂ ਤੇ ਅਦਰਵਾਈਜ਼ ਉਹ ਚੀਜ਼ਾਂ ਉਸੇ ਲੈਵਲ ਤੇ ਧਰਮ ਨੂੰ ਹੀ ਮੰਨੀ ਜਾ ਰਹੇ ਸੀ ਲੋਕ। ਇੱਥੇ ਜੋ ਬਚਨ ਲਿਖਿਆ ਗੁਰੂ ਅਰਜਨ ਸਾਹਿਬ ਨੇ, ਮਹਾਰਾਜ ਕਹਿੰਦੇ ਭਰਮੇ ਭੂਲਾ, ਉਹ ਧਰਮੀ ਤੇ ਦਿਸਦਾ ਆ, ਮੂਰਤੀ ਪੂਜਾ ਕਰ ਰਿਹਾ ਹੈ, ਇਹ ਸਭ ਚੀਜ਼ਾਂ ਦੇ ਵਿੱਚ ਪੂਰੀ ਤਰ੍ਹਾਂ ਗਲਤਾਨ ਆ। ਕੋਈ ਬੰਦਾ ਇਹ ਥੋੜ੍ਹਾ ਕਹਿ ਸਕਦਾ ਮਾੜਾ ਬੰਦਾ ਆ, ਮਾੜਾ ਮਨੁੱਖ ਆ, ਧਾਰਮਿਕ ਦਿਸ ਰਿਹਾ, ਧਾਰਮਿਕ ਕਿਰਿਆ ਕਰ ਰਿਹਾ ਹੈਗਾ, ਪਰ ਸਾਹਿਬ ਕਹਿੰਦੇ ਭਰਮੇ ਭੂਲਾ, ਭਟਕ ਗਿਆ, ਭੁੱਲ ਗਿਆ, ਜਾਣਾ ਸੱਜੇ ਸੀ ਤੁਰ ਪਿਆ ਖੱਬੇ ਹੈ। ਇਹ ਇੱਕ ਜਿਹੜੀ ਚੀਜ਼ ਆ ਐਕਚੁਅਲ ਲੈਵਲ ਤੇ ਇਹ ਇਸ ਤਰੀਕੇ ਦੇ ਨਾਲ ਜਿਹੜਾ ਹੈ ਗਵਾਚ ਗਿਆ ਆ। ਭਰਮੇ ਭੂਲਾ ਸਾਕਤ ਫਿਰਤਾ, ਇਹ ਸਾਕਤ ਸ਼ਕਤੀ ਦੀ ਆਸਥਾ ਰੱਖਣ ਵਾਲਾ। ਨੀਰ ਬਿਰੋਲਾ ਹੈ, ਖੱਪ ਖੱਪ ਮਰਦਾ। ਨੀਰ ਬਿਰੋਲਾ ਹੈ, ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਐਗਜ਼ਾਮਪਲ ਕਈ ਵਾਰੀ ਪੜ੍ਹਦੇ ਹੋ, ਮਹਾਰਾਜ ਜ਼ਿਕਰ ਕਰਦੇ, ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੈ, ਪੋਖਰ ਨੀਰ ਬਿਰੋਲੀ ਹੈ ਮਾਖਨ ਨਹੀਂ ਰੀਸੈ। ਚੇਰੀ ਕੀ ਸੇਵਾ ਕਰੇ, ਸਭ ਨੇ ਕਿਹਾ ਕੀਤੇ ਕੋ ਮੇਰਾ सम्मान है करनहार तृण जाना। ਜੋ ਕਰਤੇ ਨੇ ਬਣਾਇਆ, ਸਭ ਚੀਜ਼ਾਂ ਉਹਨੇ ਸਿਰਜੀਆਂ ਸਾਜੀਆਂ, ਉਹਨਾਂ ਤੇ ਪੂਜਾ 'ਚ ਲੱਗ ਗਿਆ। ਜਿਹੜਾ ਅਸਲ ਵਿੱਚ ਬਣਾਉਣ ਵਾਲਾ ਸੀਗਾ ਉਹ ਵਿੱਚੋਂ ਭੁੱਲ ਹੀ ਗਿਆ, ਮਨਫੀ ਹੋ ਗਿਆ। ਬਾਣੀ ਕਹਿੰਦੀ ਇਹਨਾਂ ਦੇ ਮਗਰ ਨਾ ਪਟਕ, ਅਸਲ ਸਾਰ ਤੱਤ ਨੂੰ ਦੇਖ, ਤੇ ਸਾਰ ਤੱਤ ਨੂੰ ਤੇਰੀ ਪੂਜਾ ਦੀ ਲੋੜ ਨਹੀਂ ਹੈ। ਅਨਫੋਰਚੂਨੇਟਲੀ ਗੱਲ ਇਹ ਹੈ, ਅਸੀਂ ਵੈਸਟਰਨਾਈਜ਼ ਕਲਚਰ 'ਚ ਆਏ ਹਾਂ। ਅਜੇ ਡਾਇਸਪੋਰਾ ਦੇ ਸਾਡਾ ਬੜਾ, ਮੈਂ ਜੇ ਕਹਾਂ ਕਿ ਵੀ ਆਰ ਇਨ ਏ ਵੈਰੀ ਪ੍ਰੀ ਫੇਸ, ਬੜੇ ਪ੍ਰਾਇਮਰੀ ਫੇਸ 'ਚ ਚੱਲ ਰਹੇ ਹਾਂ ਹਾਲੀ ਅਸੀਂ। ਸਾਡੀ ਇਸ ਕਰਕੇ ਜਿਹੜੀ ਇੱਥੇ ਅੰਗੇਜਮੈਂਟ ਆ, ਜਾਂ ਜਿਹੜੀ ਸਾਡੀ ਇੱਥੇ ਇੰਟਰੈਕਸ਼ਨ ਆ ਸੋਸਾਇਟੀ ਦੇ ਨਾਲ, ਉਸ ਲੈਵਲ 'ਤੇ ਨਹੀਂ ਹੈ। ਸਾਡੇ ਗੁਰਦੁਆਰੇ 'ਚ ਕੀ ਹੋ ਰਿਹਾ, ਅਸੀਂ ਜੇ ਇੱਥੋਂ ਥੋੜ੍ਹਾ 50-100 ਮੀਟਰ ਬਾਹਰ ਜਾ ਕੇ ਲੋਕਾਂ ਨੂੰ ਪੁੱਛੀਏ, ਦੇ ਆਰ ਨੋਟ ਅਵੇਅਰ ਅਬਾਊਟ ਇਟ, ਵਟ ਦੇ ਆਰ ਡੂਇੰਗ ਇਨਸਾਈਡ। ਇਹਦਾ ਰੀਜ਼ਨ ਕੀ ਹੈ? ਕਿਉਂਕਿ ਉਸ ਲੈਵਲ 'ਤੇ ਸਾਡੇ ਕੋਲ ਨਾ ਤਾਂ ਕਮਿਊਨੀਕੇਸ਼ਨ ਸਕਿੱਲਸ ਨੇ, ਨਾ ਉਸ ਲੈਵਲ ਦੀਆਂ, ਕਿਉਂਕਿ ਜੋ ਮੇਨ ਸਟਰੀਮ ਦੇ ਜਿੱਥੇ ਜਾ ਕੇ ਸਾਨੂੰ ਸਭ ਚੀਜ਼ਾਂ ਸਪਰੈਡ ਕਰਨੀਆਂ ਚਾਹੀਦੀਆਂ ਨੇ, ਨਾ ਸਾਡੇ ਕੋਲ ਰਿਸੋਰਸਿਸ ਨੇ, ਅਸੀਂ ਨਾ ਉਸ ਤਰੀਕੇ ਰਿਸੋਰਸਿਸ ਜਨਰੇਟ ਕਰਨ ਦੇ ਐਫਰਟ ਪਾਈਏ। ਸੋ ਉਹਦੇ ਲਈ ਇੱਕ ਅਜੀਬ ਇਸੇ ਲਈ ਸਾਡੇ ਇੱਥੇ ਆਈਡੈਂਟੀਟੀ ਕ੍ਰਾਈਸਿਸ ਕਿੰਨਾ ਵੱਡਾ ਸਾਡੇ ਲਈ, ਮਿਸ ਆਈਡੈਂਟੀਟੀ ਕਿੰਨੀ ਵਾਰੀ ਹੋਈ ਹੈ ਸਾਡੇ ਇੱਥੇ। ਅਮਰੀਕਾ ਸਟੇਟਸ ਦੇ ਵਿੱਚ ਹੀ ਕਿੰਨੀ ਵਾਰੀ ਮਿਸ ਹੈਪਨਿੰਗ ਹੋਈ ਹੈ। ਕੋਈ ਬੰਦਾ ਗਨ ਲੈ ਕੇ ਅੰਦਰ ਆ ਗਿਆ ਮਾਰਨ ਵਾਸਤੇ, ਹਾਲਾਂਕਿ ਗੈਰ ਮਨੁੱਖੀ ਵਰਤਾਰਾ, ਅਨਹਿਊਮਨ ਬਿਹੇਵੀਅਰ ਕਿਸੇ ਕਾਰਨ ਕਰਕੇ ਵੀ ਆਇਆ ਹੋਇਆ, ਪਰ ਜਦੋਂ ਬਾਅਦ 'ਚ ਪਤਾ ਲੱਗਾ ਇਹ ਮੌਸਕ ਸਮਝ ਕੇ ਆ ਗਿਆ, ਇਹ ਸਮਝ ਕੇ ਆ ਗਿਆ, ਇਹਦਾ ਮਤਲਬ ਕੋਈ ਅਹਿਸਾਸ ਨਹੀਂ ਹੈ। ਸਾਡੇ ਤੇ ਇੱਥੇ ਡਿਕਸੀ ਰੋਡ ਗੁਰਦੁਆਰਾ ਸਾਹਿਬ, ਫੌਕਸ ਨਿਊਜ਼ ਚੈਨਲ ਵਾਲਾ ਜਿਹੜਾ ਇਹਨਾਂ ਦਾ ਹੈਲੀਕਾਪਟਰ ਉੱਤੇ ਘੁੰਮ ਰਿਹਾ, ਕਾਫੀ ਸਾਲਾਂ ਦੀ ਪਹਿਲਾਂ ਦੇ 9/11 ਤੋਂ ਇੱਕਦਮ ਬਾਅਦ ਦੀ ਬਾਤ ਆ, ਤੇ ਉਹ one of the biggest mosque in North America, and they are actually using these words again and again. ਉਹ ਕਿਸੇ ਨੇ ਬਾਈ ਚਾਂਸ ਕੋਈ ਚੈਨਲ ਵੇਖ ਰਿਹਾ ਸੀ, ਉਹ ਕਹਿੰਦਾ ਤੇ ਆਪਣਾ ਗੁਰਦੁਆਰਾ ਸਾਹਿਬ ਹੈ ਓਂਟਾਰੀਓ ਖਾਲਸਾ ਦਰਬਾਰ, ਇਹ ਕੀ ਹੋ ਰਿਹਾ ਇੱਥੇ? ਉਹ ਖੈਰ ਉਹ ਬਾਅਦ ਵਿੱਚ ਕਿਸੇ ਨੇ ਉਸੇ ਸਮੇਂ ਦੌਰਾਨ ਕੋਈ ਕਾਲ ਵਗੈਰਾ ਕੀਤੀ, ਪਿਆ ਸਭ ਕੀ ਹੋ ਰਿਹਾ ਭਾਈ? ਤੇ ਉਹ ਕਹਿੰਦੇ ਕਿਉਂਕਿ ਜਿਹੜਾ ਹੈਗਾ ਆ, ਖਾਸ ਕਰਕੇ ਉਹ ਜਿਵੇਂ ਹੁੰਦਾ ਵੀ ਇਗਨੋਰੈਂਸ ਇਜ਼ ਬਲਿਸ, ਉਹ ਕਹਿੰਦੇ ਸਾਨੂੰ ਕੀ ਪਤਾ, ਤੁਸੀਂ ਲਿਖ ਕੇ ਲੈ ਕੇ ਕਿਸੇ ਪਾਸੇ। ਫਿਰ ਉਸ ਤੋਂ ਬਾਅਦ ਜਿਹੜਾ ਹੈਗਾ, ਤੁਸੀਂ ਜਦੋਂ ਡਿਕਸੀ ਤੋਂ ਸਾਊਥ ਨੂੰ ਜਾ ਰਹੇ ਹੁੰਦੇ ਹੋ ਤੇ ਉਹਦੇ ਉੱਤੇ ਐਕਚੁਅਲੀ ਇਸ 'ਚ ਦੇਖੋਗੇ ਸੱਜੇ ਪਾਸੇ ਤੇ ਵੱਡਾ ਸਾਰਾ ਇੱਕ ਬਿਲ ਬੋਰਡ ਲਾਇਆ, ਸਿੱਖ SIKH, ਫਿਰ ਥੱਲੇ ਛੋਟਾ ਜਿਹਾ ਲਿਖਿਆ ਪਲੇਸ ਆਫ ਵਰਸ਼ਿਪ। ਰੀਜ਼ਨ ਕਿਉਂਕਿ ਸਮਝ ਉਹਨਾਂ ਨੂੰ ਇਹ ਆਉਂਦਾ, ਹੋਰ ਸਮਝ ਨਹੀਂ ਆਉਂਦਾ ਕੁਛ ਵੀ। ਅਦਰਵਾਈਜ਼ ਦੇਰ ਇਜ਼ ਨੋ ਵਰਸ਼ਿਪਿਜ਼ਮ ਓਵਰ ਹੇਅਰ। ਵਰਸ਼ਿਪਿਜ਼ਮ ਨੂੰ ਤੇ ਗੁਰੂ ਨਾਨਕ ਸਾਹਿਬ ਨੇ ਆਪ ਕਿਹਾ ਸੀਗਾ, ਕੀ ਪੂਜਾ ਕਰਾਂਗੇ ਉਹਦੀ? ਗਗਨ ਮੈਂ ਥਾਲ ਰਵ ਚੰਦ ਦੀਪਕ ਬਨ, ਮੈਂ ਥਾਲੀ 'ਚ 4 ਦੀਵੇ ਬਾਲ ਕੇ ਉਹਨੂੰ ਘੁਮਾ ਲਵਾਂਗਾ, ਪੂਜਾ ਹੋ ਜਾਏਗੀ। ਪੂਜਾ ਥੋੜਾ ਹੈ, ਏਡਾ ਵੱਡਾ ਥਾਲ ਇਹ ਕਾਇਨਾਤ ਦਾ ਜਿਹੜਾ ਘੁੰਮ ਰਿਹਾ ਰਾਤ ਦਿਨ, ਇੰਨੇ ਤਾਰੇ ਸਿਆਰੇ ਘੁੰਮ ਰਹੇ ਨੇ, ਇਹ ਜਿਹੜੀਆਂ ਇੱਧਰ ਫਲੇਰਾਂ ਬਨਸਪਤੀ ਫੈਲਾ ਰਹੀ ਹੈ, ਇਹ ਜਿਹੜੇ ਚੌਰ ਝੁੱਲ ਰਹੇ ਨੇ ਸਾਰੇ ਦੇ ਸਾਰੇ, ਇਹ ਕੀ ਹੈ?
महाराज कहते ये चीज़ नहीं, बंदे एहसास कर थोड़ा जिहा, जिहड़े काम तू कर रहा है तो इस तरह आ कि ठाकुर नहीं दिसै, पोखर नीर बरोलीया, माखन नहीं रिसै, पानी च मधानी पाई है तो रिड़की जा रहा। तो फिर सोचता ओहो मक्खन नहीं निकल रहा, मक्खन नहीं निकल रहा। मैं तो हिस्टोरीयन पढ़े ने खूब सारे। जिस दिन सोमनाथ का मंदिर तोड़िया महमूद गजनवी ने आके, तो आप हैरान होवोगे, तवारीख पढ़ते हैं, मतलब चीज़ां कई बार तुहानूं हैरान कुन लगदियां ने। मन्निया गया कि शायद अराउंड 30,000 30,000 बंदा सी उहदी कमांड विच जदों लुट्टण वास्ते वो मंदिर आया उत्थे। ते उस मंदिर नूं 30,000 तो वध पिंडां दी चौथ आउंदी सी, पिंडां दे चौथे हिस्से दी इनकम आ रही सी। मोर दैन 30,000 विलेजेस। एक पिंड तो 2 बंदे आ जाते, गिनती कितनी हो जानी सी? 60,000। 10 आ जाते, गिनती कितनी हो जानी सी? अराउंड ज़्यादा नहीं तो 3 लाख। 20 आ जाते, तुसी आइडिया ला के देखो। उस रूप दे सब जिहड़ा हैगा तोड़ के रख देंगे। पर होया कि होया ये कि वो कहते पहलों तो गाइयां लैंदियां खूब सारियां, सारा तवारीख च लिखिया पाया, मैं उस बयान नहीं करता। पर जो होया तो अखीर दे विच कहते फिर जो बिल्कुल तोड़न वास्ते आ गए, तो जोड़े सीगे उन्होंने पुजारी, वो फिर वो मूर्ति के सामने खड़े हो के आरती करते तो गाउंदे। पहला वो हौली हौली गाउंदे, फिर बड़े भाव विच रो रो के गाउंदे, बौड़ी कर मर गए, तीजा नेत्र खोल। कोई नेत्र नहीं खुलिया, कोई कुछ नहीं होया। उन्हें गाजर मूलियां वांगू वढ़ के जिहड़ा बिछा के रख दिता। ये की है? ये है कि जिन साहब ने कहा कि हालत है ठाकुर ने दिसै पोखर नीर बरोली है। ये नहीं कि उनकी आस्था से शक करोगे तुसी, पर गल ये है राह ही गलत पै के भरम गए। पानी रिड़क रहे हो, मक्खन थोड़ा निकलेगा ਇਹਦੇ ਵਿੱਚੋਂ। ਇਹਦੇ मुकाबलतन सिख तवारीख च आ जाओ। मतलब ये विरासत है ना, गुरु साहब ने सिखाई तो ਉਹਦੇ ਉੱਤੇ। जिस दिन अबदाली का वड्डा दस्ता दरबार साहब की इमारत जो गुरु अर्जन साहब ने बनाई सी, उन्होंने बारूद नाल उड़ाण वास्ते आउंदा है। तो उस वक्त अंदर सिखां की गिणती जिहड़ी है वो मतलब सोर्स साडे दसदे ने कोई मात्र 25-30 तो वध नहीं सीगे। उन्हें कहा खालसा जी एड्डी वड्डी नफरी के सामने खड़न का फायदा कोई नहीं हैगा, हुण विवेक विचारो, हरण हो जाओ। हरण होने का मतलब है लामे हो जाओ, मतलब वड्डी कुमक आ रही फौज चढ़ के। तो अरदासा सोधन लगे, अरदास सोध कहने लगे चलो गुरु को अरदास करके तो इतों चढ़ निकलते हैं। तो अजे 20-21 साल का नौजवान गभरू होना है, गुरबख्श सिंह भुजंगी। वो जो अरदासा सोधन कहता खालसा जी गल च पल्ला पा के इल्तजा ये है, मैनू अरदास तो लामे रखा दे। की होया? मैं इत्थे जिहड़ा हैगा रहांगा, अपनी जान लिखे लावांगा। फिर दूसरा, फिर तीसरा, सारे ही ठहर गए। इहदे उत्ते बकायदा तौर पर जिस शख्स ने हमरकाब होकर हमला किया, उन्हें बाद दे विच फारसी च चीज़ का तर्जुमा आप लिखिया। वो कहता जो जाके खास करके दरबार साहब की इमारत को तोड़न वास्ते हमलावर होए ना अंदर जान लई, तो मैं मूरलियां सथां विच सीगा, मैनूं लगा सीगा धर्म का काम है बड़ा वड्डा, मैनूं खुद अगे वध के करना चाहिए हैगा। कहंदे जो सामने वाले जो साडे नाल मुकाबला होया ना, हालांकि साडी गिणती बड़ी वड्डी सीगी, कहंदे जो उन्हां दी अखां च अखां पईयां, मैनूं पहली बारी एहसास होया बंदा मौत का जेतू की हुंदा। कहंदा अखां दी चमक उन्हां दी वेख के मैनूं डर लग रहा सीगा। ये है मतलब दे वर टोटली क्लीयर इन देयर माइंड, कोई बाहरों देवते ने हेल्प करनी होंदी। असीं आप एक अमल की स्थापति करनी है। तो अमल की स्थापति यह है कि उन्होंने शहादत पाई, सुनेहा पहुंचा ऑल द वे साबो की तलवंडी। तो उतों बुढ़ा जरनैल जिन्हें सारी उम्र कलम चलाई, खंडा चक्या बाबा दीप सिंह, उतों तुर पे। रस्ते च पिंडां च लोग इकट्ठे होंदे, लकीर खिंचते। उत्थे कुछ जितन वास्ते नहीं जाना, उत्थे कुछ नहीं, शहादत है सिर्फ, और कुछ नहीं गा। मन
बना के आयो। लकीर टपदे टपदे दरबार साहब पहुँचदे तक 5000 की नफरी सी। 5000 सिख जिन्हों के कोल बहुते कोई असला हथियार भी नहीं है। तवारी कहिंदी तो कल दियां गल्लां ने, मैं कोई अफसाना नहीं बयान करता। 30,000 ਜ਼ਾਬਤਾਬੱਧ वैल ट्रेनड वैल इक्विप्ड जिन्हों के कोल हर तरह का जिहड़ा सीगा इक्विपमेंट सीगा लड़न वास्ते, उस फौज के गल पै गए आके। उन्होंने समझ ना आवे ये कौन ने, ये चाहते की ने। 5000 बंदे ने 30,000 फौज के करीब पैर उखेड़ के रख दिते। हकीकत यह है रात पैंदी तक अबदाली के बंदे जिन्ने मरे वो तो मर गए, जिहड़े जख्मी उन्होंने नाल लैके अमृतसर छड्ड के लाहौर चले गए। ये तवारीख है, ये एक्चुअल लैवल ते है। क्लीयर होए बंदा बन दे विच। देखो रब बाणी कहती जर्रे जर्रे च मौजूद है। ये शब्द भी इत्ते जोर दे रहा है। वो नहीं चाहता कोई मूर्ति बना के तुसी पूजो उहदी उस रूप दे विच ना। ये धर्म नहीं गा। धर्म यह है सचियार होना। तो सचियार होने की पहली कंडीशन की है? सच नूं मनना। जे सच नूं नहीं मनोगे, सच डर लगता सच तो। सच ये है मेरे च वीकनेसेस ने, आई हैव टू वर्क ऑन दैट। मेरी फैमिली च वीकनेसेस ने, आई हैव टू वर्क ऑन दैट। पीपल डोंट वांट टू एड्रेस दोज इशूज। दे वांट टू यूज some kind of escapism, and due to that reason they are looking just some kind of fake comfort. Fake comfort कित्थे मिलता है? कोई बंदा कहता है मेरे को पैसे लिया, मैं पूजा कर दिया, काम हो जाएगा ठीक। ਇਹੋ ਜਿਹੀਆਂ चीज़ां आ रही। ये साकत मत्ता है। गुरु महाराज ने क्या है नहीं करनी। असलियत च रहना है, रियलिटी च रहना है। रियलिटी च रह के ये एहसास करना है करतार ने जिंदगी दी, हर सोर्स दिता है। बस उन्हें सोर्सिस नूं तू अवेल करना है। वो अंग संग आ। खालसा उस रूप में उजागर होंदा आ। सब तो वड्डी एशिया की ताकत मुगल, तुर्क, पठान ते अफगान। हकीकत यह है खालसे ने बिल्कुल नेस्त करके रख दिते बन के। कोई बाहरों देवता नहीं आया। कारण यही सी पोखर नीर बरोली है, पानी च मधानी नहीं चलाई। ना ना, जो किया सॉलिड ट्रैक ते किया। रब की आस्था की सच्चे सुच्चे जीवन के रूप के अंदर। तो वो फिर सिट्टे दे वजों वो बहादुर दलेर चढ़ती कला का सिंबल बन के धरती ते उस रूप में उजागर होए। गुरु महाराज ने इत्थे बयान किया नीर बिरोला जिते पानी नूं बरोलेगा निरा, भजेगा साकत मतिया बनेगा, खप खप मरता, अज भी मरेगा कल भी मरेगा। बाकी रहिंदे शब्द स्टैचू वर्शिपिज्म के उत्ते बहुत सुंदर ढंग दे नाल महाराज ने बहुत चंगी बात पाई है, जिन्हों आउंदे कल डिटेल्स डिस्कस करांगे। अज वास्ते भले अमरदास गुण तेरे तेरी उपमा तोहे बनिया वा। गुरु अमरदास महाराज जी के प्रकाश दिहाड़े की मेरे वालों मुबारकबाद कबूलदे होया इत्थे समाप्ति। कोविड-19 की सिचुएशन जा रहे हैं, मालिक तरस करेगा। यकीनन तौर पर मनुख का विश्वास जेतू होंदा आ, मनुख की आस्था नूं फलीभूत करता है मालिक। जो विवेकता दे नाल विवेकशील होकर जोड़े अमल बनते हैं करो। बाकी जिमें जिमें अथॉरिटीज़ कह रही ने उन्होंने उस तरीके नाल फॉलो करो। विश्वास अकाल पुरख वाहिगुरू ते रखो, गुरु बौड़ी करेगा। इत्थे फतेह बुलाने कह देना जी। वाहिगुरू जी का खालसा, वाहिगुरू जी की फतेह।